ਅੱਜ ਦੀ ਇਹ ਘਟਨਾ ਸਰਦਾਰ ਬਲਜਿੰਦਰ ਸਿੰਘ ਨੇ ਸਾਂਝੀ ਕੀਤੀ ਹੈ, ਜਿਨ੍ਹਾਂ ਨੂੰ ਇਹ ਘਟਨਾ ਅੱਜ ਤੱਕ ਸਤਾ ਰਹੀ ਹੈ ਅਤੇ ਉਹ ਇੱਕ ਸਵਾਲ ਆਪਣੀ ਇਸ ਘਟਨਾ ਦੇ ਵਿੱਚ ਪੁੱਛਣਾ ਚਾਹੁੰਦੇ ਹਨ। ਆਪ ਸਭ ਲੋਕ ਉਹਨਾਂ ਦੇ ਸਵਾਲ ਦਾ ਜਵਾਬ ਦੇ ਕੇ ਉਹਨਾਂ ਦੇ ਸਿਰ ਤੋਂ ਇਹ ਬਹੁਤ ਵੱਡਾ ਭਾਰ ਲਾ ਸਕਦੇ ਹੋ। ਸਰਦਾਰ ਬਲਜਿੰਦਰ ਸਿੰਘ ਜੀ ਦੱਸਦੇ ਹਨ ਕਿ ਉਹ ਹਰਿਆਣੇ ਦੇ ਕੋਲ ਇੱਕ ਪਿੰਡ ਦੇ ਨਿਵਾਸੀ ਹਨ। ਹੋਰਾਂ ਪਿੰਡਾਂ ਦੇ ਵਾਂਗ ਵੀ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ, ਜੋ ਕਿ ਕੋਈ ਇਤਿਹਾਸਕ ਗੁਰਦੁਆਰਾ ਨਹੀਂ। ਪਿੰਡ ਦੇ ਜ਼ਿਆਦਾਤਰ ਲੋਕ ਬਾਹਰਲੇ ਦੇਸ਼ ਹਨ ਅਤੇ ਪੈਸਾ ਲਗਾ ਕੇ ਗੁਰਦੁਆਰੇ ਸਾਹਿਬ ਦੀ ਬਿਲਡਿੰਗ ਕਾਫੀ ਵਧੀਆ ਤੇ ਸੁੰਦਰ ਬਣਾਈ ਗਈ ਹੈ ਅਤੇ ਦੇਖਣ ਵਾਲੇ ਦੇਖਦੇ ਹੀ ਰਹਿ ਜਾਂਦੇ ਹਨ। ਲੋਕਾਂ ਦੀ ਸ਼ਰਧਾ ਕਾਫੀ ਹੈ। ਅਖੰਡ ਪਾਠ ਸਾਹਿਬ ਚੱਲਦੇ ਹਨ ਪਰ ਕੋਈ ਸੁਣਦਾ ਨਹੀਂ। ਲੋਕ ਭੋਗ ਵਾਲੇ ਦਿਨ ਹੀ ਉੱਥੇ ਆ ਕੇ ਇਕੱਠੇ ਹੁੰਦੇ ਹਨ। ਇਹ ਗੱਲ ਵੀ ਪੱਕੀ ਹੈ ਕਿ ਗੁਰਦੁਆਰੇ ਸਾਹਿਬ ਦੀ ਗੋਲਕ ਦਾ ਚੜਾਵਾ ਬਹੁਤ ਜ਼ਿਆਦਾ ਹੈ। ਹਰ ਮਹੀਨੇ ਇਹ ਗੋਲਕ ਖੁੱਲਦੀ ਹੈ ਤੇ ਕਾਫੀ ਪੈਸਾ ਨਿਕਲਦਾ ਹੈ, ਕਿਉਂਕਿ ਅਖੰਡ ਪਾਠਾਂ ਦੇ ਕਾਫੀ ਸੰਗਤ ਆਉਂਦੀ ਹੈ ਤੇ ਜ਼ਿਆਦਾਤਰ NRI ਬੰਦੇ ਆਉਂਦੇ ਹਨ। ਵੈਸੇ ਵੀ ਕਾਫੀ ਲੋਕ ਇੱਥੇ ਕਾਫੀ ਮਾਇਆ ਦੀ ਸੇਵਾ ਕਰਦੇ ਹਨ। ਮੈਂ ਉਸੇ ਪਿੰਡ ਦਾ ਨਿਵਾਸੀ ਹਾਂ ਜਿਸ ਗੁਰਦੁਆਰੇ ਸਾਹਿਬ ਦੀ ਮੈਂ ਗੱਲ ਕਰ ਰਿਹਾ ਹਾਂ ਅਤੇ ਅੱਜ ਤੋਂ 3 ਸਾਲ ਪਹਿਲਾਂ ਮੇਰੀ ਹਾਲਤ ਮਾੜੀ ਹੋ ਗਈ ਸੀ ਤੇ ਮੇਰਾ ਪਰਿਵਾਰ ਵੱਡਾ ਸੀ। 3 ਲੜਕੀਆਂ ਸਨ ਜੋ ਵਿਆਹੁਣ ਵਾਲੀਆਂ ਸਨ। ਕਿਸੇ ਕਾਰਨਾਂ ਕਰਕੇ ਮੇਰਾ ਬਿਜ਼ਨਸ ਦੇ ਵਿੱਚ ਕਾਫੀ ਨੁਕਸਾਨ ਹੋ ਗਿਆ। ਕਿਸੇ ਸਮੇਂ ਦੇ ਵਿੱਚ ਮੇਰਾ ਕਾਰੋਬਾਰ ਬਹੁਤ ਵਧੀਆ ਸੀ। ਇਸ ਦੇ ਨਾਲ ਮੈਂ ਨਾਮ ਦਾ ਵੀ ਅਭਿਆਸੀ ਸੀ ਅਤੇ ਸਵੇਰੇ ਸ਼ਾਮ ਗੁਰਦੁਆਰੇ ਸਾਹਿਬ ਜਾਂਦਾ ਸੀ। ਜੇਕਰ ਗੁਰਦੁਆਰੇ ਸਾਹਿਬ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਤਾਂ ਮੈਂ ਕਾਫੀ ਦਾਨ ਵੀ ਕਰਦਾ ਸੀ। ਸਮੇਂ ਨੇ ਰੁਖ ਬਦਲਿਆ ਤਾਂ ਮੈਂ ਆਸਮਾਨ ਤੋਂ ਜ਼ਮੀਨ ਦੇ ਉੱਤੇ ਆ ਡਿੱਗਿਆ। ਜਿੰਨਾ ਕੋ ਮੇਰੇ ਕੋਲ ਪੈਸਾ ਬਚਿਆ ਸੀ, ਸੋਨਾ ਪਲਾਟ ਆਦਿ ਸਭ ਕੁਝ ਵੇਚ ਕੇ ਮੇਰਾ ਇੱਕ ਘਰ ਸੀ ਉਹ ਵੀ ਵਿਕ ਗਿਆ ਤੇ ਮੇਰੇ ਵਾਲ ਕਰਜ਼ੇ ਦੇ ਵਿੱਚ ਬਿੰਨਿਆ ਗਿਆ। ਹੁਣ ਮੈਂ ਕਿਰਾਏ ਦੇ ਘਰ ਦੇ ਵਿੱਚ ਰਹਿੰਦਾ ਹਾਂ ਤੇ ਮੇਰੇ ਪਰਿਵਾਰ ਨੂੰ ਦਿਹਾੜੀਆਂ ਕਰਕੇ ਚਲਾਉਣ ਲੱਗਾ। ਪਰ ਦਿਹਾੜੀ ਦੇ ਨਾਲ ਮੈਂ ਆਪਣੇ ਆਪ 3 ਲੜਕੀਆਂ ਵਿਆਹ ਨਹੀਂ ਸਕਦਾ ਸੀ। ਸੋ ਉਸ ਦੇ ਕਾਰਨ ਹੀ ਮੈਂ ਪਰੇਸ਼ਾਨ ਰਹਿਣ ਲੱਗਿਆ ਸੀ। ਕਿਸੇ ਗੰਭੀਰ ਬਿਮਾਰੀ ਨੇ ਮੇਰੀ ਪਤਨੀ ਨੂੰ ਆ ਘੇਰਿਆ ਅਤੇ ਇਲਾਜ ਬਾਰੇ ਮੈਂ ਸੋਚ ਵੀ ਨਹੀਂ ਸਕਦਾ ਸੀ, ਕਿਉਂਕਿ ਮੈਂ ਮਸਾਂ ਹੀ ਦਿਹਾੜੀ ਕਰਕੇ ਆਪਣਾ ਪਰਿਵਾਰ ਚਲਾਉਂਦਾ ਸੀ। ਪਰ ਮੈਂ ਹਾਰਿਆ ਨਹੀਂ ਅਤੇ ਮੈਂ ਪਿੰਡ ਦੇ ਵਿੱਚ ਕਾਫੀ ਮਦਦ ਮੰਗੀ, ਪਰ ਕੋਈ ਵੀ ਮਦਦ ਲਈ ਤਿਆਰ ਨਹੀਂ ਹੋਇਆ। ਅਕਸਰ ਇਦਾਂ ਹੀ ਹੁੰਦਾ ਹੈ। ਆਪਾਂ ਵਿਆਹ ਦੇ ਵਿੱਚ ਫਜ਼ੂਲ ਖਰਚਾ ਲੱਖਾਂ ਰੁਪਏ ਝੂਠੀ ਸ਼ਾਨ ਦੇ ਲਈ ਕਰ ਦਿਖਾਉਂਦੇ ਹਾਂ, ਪਰ ਕਿਸੇ ਲੋੜਵੰਦ ਦੀ ਮਦਦ ਨਹੀਂ ਕਰਨਾ ਚਾਹੁੰਦੇ ਤਾਂ ਸਾਨੂੰ ਕਿਸੇ ਨੇ ਬਾਹ ਨਹੀਂ ਫੜਾਈ ਤੇ ਸਾਨੂੰ ਭਿਖਾਰੀ ਸਮਝ ਕੇ ਅਣਦੇਖਿਆ ਕਰ ਦਿੱਤਾ ਗਿਆ। ਪਰ ਅਸਲ ਦੇ ਵਿੱਚ ਕੋਈ ਸੱਚ ਵਿੱਚ ਹੀ ਲੋੜਵੰਦ ਹੋ ਸਕਦਾ ਹੈ। ਸੋ ਮੈਂ ਪਿੰਡ ਦੇ ਕਾਫੀ ਲੋਕਾਂ ਨਾਲ ਗੱਲ ਕੀਤੀ, ਕਈ NRI ਵੀਰਾਂ ਦੇ ਨਾਲ ਵੀ ਗੱਲ ਕੀਤੀ, ਪਰ ਕਿਤੇ ਵੀ ਮੇਰੀ ਸੁਣਵਾਈ ਨਹੀਂ ਹੋਈ। ਪਿੰਡ ਦੇ ਵਿੱਚ ਮੇਰੇ ਗਵਾਂਢੀ ਕੁਲਦੀਪ ਸਿੰਘ ਜੋ ਜਰਮਨ ਦੇ ਵਿੱਚ ਆਪਣਾ ਕਾਰੋਬਾਰ ਕਰਦਾ ਸੀ ਤੇ ਮੈਨੂੰ ਪਤਾ ਲੱਗਿਆ ਕਿ ਉਸਨੇ ਪਿੰਡ ਆਉਣਾ ਹੈ। ਮੇਰੀ ਉਮੀਦ ਜਾਗ ਉੱਠੀ, ਕਿਉਂਕਿ ਜਰਮਨ ਦੇ ਵਿੱਚ ਜਦੋਂ ਉਸਨੇ ਜਾਣਾ ਸੀ ਤੇ ਮੇਰੇ ਕੋਲੋਂ ਕੁਝ ਪੈਸੇ ਉਧਾਰ ਲੈ ਕੇ ਉਹ ਬਾਹਰ ਗਿਆ ਸੀ। ਪਰ ਜਦੋਂ ਉਸਦੇ ਕੋਲੋਂ ਮੈਂ ਪੈਸੇ ਮੰਗੇ ਤੇ ਉਸਨੇ ਵੀ ਮੈਨੂੰ ਇਹ ਕਹਿ ਦਿੱਤਾ ਕਿ ਕੰਮ ਠੰਡੇ ਹਨ, ਮੇਰੇ ਕੋਲ ਪੈਸੇ ਨਹੀਂ। ਨਿਰਾਸ਼ ਹੋ ਕੇ ਮੈਂ ਵਾਪਿਸ ਘਰ ਆ ਗਿਆ ਤੇ ਆਖਿਰ ਬੰਦਾ ਹਾਰ ਕੇ ਮੌਤ ਬਾਰੇ ਹੀ ਸੋਚਦਾ ਹੈ, ਕਿਉਂਕਿ ਪਰੇਸ਼ਾਨੀਆਂ ਬੰਦੇ ਨੂੰ ਜਿਉਣ ਨਹੀਂ ਦਿੰਦੀਆਂ। ਸ਼ਾਮ ਨੂੰ ਗੁਰਦੁਆਰੇ ਸਾਹਿਬ ਦੇ ਸਪੀਕਰ ਵਿੱਚ ਅਨਾਉਂਸਮੈਂਟ ਹੁੰਦੀ ਹੈ ਕਿ ਸਰਦਾਰ ਕੁਲਦੀਪ ਸਿੰਘ ਜਰਮਨ ਵਾਲਿਆਂ ਨੇ ਗੁਰਦੁਆਰੇ ਸਾਹਿਬ ਦੀ ਇਮਾਰਤ ਦੇ ਲਈ 4 ਲੱਖ ਰੁਪਏ ਦੀ ਸੇਵਾ ਕਰਵਾਈ ਹੈ। ਜਦੋਂ ਇਹ ਗੱਲ ਮੇਰੇ ਕੰਨਾਂ ਨੇ ਸੁਣੀ, ਮੈਨੂੰ ਬਹੁਤ ਧੱਕਾ ਲੱਗਿਆ ਕਿ ਮੇਰੇ ਪਤਨੀ ਦੇ ਇਲਾਜ ਦੇ ਲਈ ਉਸ ਕੋਲ 60,000 ਰੁਪਏ ਨਹੀਂ ਸੀ, ਪਰ ਗੁਰਦੁਆਰੇ ਸਾਹਿਬ
ਪਹਿਲਾਂ ਹੀ ਇੰਨਾ ਸੁੰਦਰ ਬਣਿਆ ਹੋਇਆ ਹੈ ਅਤੇ ਉਸਨੇ ਉਸ ਲਈ 4 ਲੱਖ ਰੁਪਏ ਦੇ ਦਿੱਤੇ, ਜਿਸ ਦੀ ਲੋੜ ਵੀ ਨਹੀਂ ਸੀ। ਸੋ ਇਹ ਸੁਣ ਕੇ ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ ਸੀ। ਫਿਰ ਮੈਂ ਬਹੁਤ ਸੋਚ ਵਿਚਾਰ ਕੇ ਗੁਰਦੁਆਰੇ ਸਾਹਿਬ ਦੇ ਪ੍ਰਧਾਨ ਦੇ ਕਮੇਟੀ ਅੱਗੇ ਆਪਣੀ ਫਰਿਆਦ ਰੱਖੀ ਕਿ ਮੇਰੀ ਮਦਦ ਕੀਤੀ ਜਾਵੇ, ਮੇਰੀ ਪਤਨੀ ਨੂੰ ਬਚਾਇਆ ਜਾਵੇ ਜੋ ਸਾਡੇ ਗੁਰੂਆਂ ਦੇ ਹੁਕਮ ਦਿੱਤਾ ਸੀ, ਕਿਉਂਕਿ ਮੈਂ ਆਪਣੀ ਪਤਨੀ ਦੇ ਇਲਾਜ ਦੇ ਲਈ ਪੈਸੇ ਮੰਗ ਰਿਹਾ ਹਾਂ, ਨਾ ਕਿ ਮੈਂ ਆਪਣੇ ਕਰਜ਼ਾ ਉਤਾਰਨ ਦੇ ਲਈ। ਪਰ ਹਰ ਥਾਂ ਦੀ ਤਰ੍ਹਾਂ ਮੈਨੂੰ ਇੱਥੇ ਵੀ ਨਾ ਹੀ ਮਿਲੀ ਤੇ ਹੋਰ ਵੀ ਮੈਨੂੰ ਗੱਲਾਂ ਸੁਣਨ ਨੂੰ ਮਿਲੀਆਂ। ਮੇਰੀ ਪਤਨੀ ਮਰ ਰਹੀ ਸੀ, ਘਰ ਦੇ ਵਿੱਚ ਖਾਣ ਲਈ ਰੋਟੀ ਨਹੀਂ ਸੀ ਤੇ ਰਿਸ਼ਤੇਦਾਰ ਤੇ ਗੁਆਂਢੀ ਵੀ ਸਾਹ ਛੱਡ ਚੁੱਕੇ ਸੀ। ਇੱਕ ਦਿਨ ਮੇਰੀ ਪਤਨੀ ਬਹੁਤ ਹੀ ਜ਼ਿਆਦਾ ਬਿਮਾਰ ਤੇ ਪਰੇਸ਼ਾਨ ਹੋ ਗਈ ਤੇ ਮੈਨੂੰ ਕਹਿਣ ਲੱਗੀ ਕਿ ਮੇਰੇ ਮਰਨ ਦੀ ਅਰਦਾਸ ਗੁਰਦੁਆਰੇ ਸਾਹਿਬ ਦੇ ਵਿੱਚ ਕਰਾਓ। ਮੈਂ ਤੁਹਾਨੂੰ ਸਾਰਿਆਂ ਨੂੰ ਤੰਗ ਕੀਤਾ ਹੋਇਆ ਹੈ ਤੇ ਮੈਂ ਹੋਰ ਤੁਹਾਡੇ ਉੱਤੇ ਬੋਝ ਨਹੀਂ ਬਣਨਾ ਚਾਹੁੰਦੀ। ਮੈਂ ਗੁਰਦੁਆਰੇ ਸਾਹਿਬ ਗਿਆ, ਪਰ ਆਪਣੀ ਪਤਨੀ ਦੀ ਮੌਤ ਦੀ ਅਰਦਾਸ ਕਰਨ ਦੇ ਲਈ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੇ ਇੱਕ ਸਵਾਲ ਪੁੱਛਣ ਦੇ ਲਈ। ਮੈਂ ਗੁਰਦੁਆਰੇ ਸਾਹਿਬ ਪਹੁੰਚ ਕੇ ਹੱਥ ਜੋੜ ਕੇ ਇਹ ਅਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਕੀਤੀ ਕਿ ਮਹਾਰਾਜ, ਮੈਂ ਤੇ ਮੇਰੀ ਪਤਨੀ ਮਰ ਰਹੇ ਹਾਂ, ਅੱਜ ਮੈਨੂੰ ਪੈਸਿਆਂ ਦੀ ਲੋੜ ਹੈ, ਤੁਹਾਡੇ ਦਰ ਤੇ ਲੱਖਾਂ ਰੁਪਇਆ ਚੜਦਾ ਹੈ, ਕਿ ਤੁਹਾਨੂੰ ਇਹਨਾਂ ਪੈਸਿਆਂ ਦੀ ਲੋੜ ਹੈ? ਮੈਂ ਤੁਹਾਡੇ ਕੋਲੋਂ ਹੋਰ ਕੁਝ ਨਹੀਂ ਪੁੱਛਣਾ ਚਾਹੁੰਦਾ, ਮੈਂ ਹੋਰ ਕੁਝ ਨਹੀਂ ਕਿਹਾ, ਬਸ ਮੱਥਾ ਟੇਕ ਕੇ ਵਾਪਸ ਆਉਣ ਲੱਗਿਆ। ਜਦੋਂ ਮੈਂ ਵਾਪਸ ਮੁੜ ਰਿਹਾ ਸੀ ਤੇ ਮੈਂ ਦੇਖਿਆ ਕਿ ਗੋਲਖ ਦੇ ਉੱਪਰ ਇੱਕ ਸਫੇਦ ਰੰਗ ਦਾ ਲਿਫਾਫਾ ਪਿਆ ਹੋਇਆ ਹੈ। ਮੈਂ ਦੇਖਿਆ ਤੇ ਉਸ ਨੂੰ ਚੁੱਕਿਆ ਤੇ ਕਰੀਬ 2.5-3 ਲੱਖ ਰੁਪਇਆ ਲੱਗ ਰਿਹਾ ਸੀ। ਪਹਿਲਾਂ ਤਾਂ ਮੈਂ ਗੋਲਖ ਦੇ ਉੱਪਰ ਰੱਖ ਦਿੱਤੇ, ਪਰ ਜਦ ਮੇਰੀ ਮਜਬੂਰੀ ਮੇਰੇ ਸਾਹਮਣੇ ਆਈ ਤੇ ਮੈਨੂੰ ਲੱਗਿਆ ਕਿ ਪਰਮਾਤਮਾ ਨੇ ਮੈਨੂੰ ਰਾਹ ਦਿਖਾਇਆ ਹੈ, ਗੁਰੂ ਸਾਹਿਬ ਨੇ ਮੈਨੂੰ ਜਵਾਬ ਦੇ ਦਿੱਤਾ ਤੇ ਮੈਂ ਸੁਣਾ ਤੇ ਸਮਝ ਨਹੀਂ ਰਿਹਾ। ਸੋ ਮੈਂ ਗੁਰਦੁਆਰੇ ਦੇ ਵਿੱਚੋਂ ਮੁੜਿਆ ਤੇ ਉਹ ਲਿਫਾਫਾ ਚੁੱਕ ਲਿਆ ਤੇ ਆਪਣੀ ਜੇਬ ਦੇ ਵਿੱਚ ਪਾ ਕੇ ਘਰ ਆ ਗਿਆ। ਪੈਸੇ ਤਾਂ ਮੈਂ ਲੈ ਗਿਆ, ਪਰ ਅੰਦਰ ਡਰ ਸੀ ਕਿ ਮੈਂ ਚੋਰੀ ਕੀਤੀ ਹੈ, ਮੈਨੂੰ ਪਾਪ ਲੱਗੇਗਾ, ਹੋਰਾਂ ਲੋਕਾਂ ਵਾਂਗ ਮੈਂ ਚੋਰੀ ਕਰਨ ਤੇ ਅੰਨਾ ਨਾ ਹੋ ਜਾਵਾਂ। ਪਰ ਮੇਰੀ ਪਤਨੀ ਦੇ ਦੁੱਖ ਅੱਗੇ ਆ ਗਿਆ। ਜੇ ਮੈਂ ਸਭ ਕੁਝ ਭੁੱਲ ਕੇ ਉਹ ਪੈਸੇ ਲੈ ਕੇ ਘਰ ਆ ਗਿਆ ਤੇ ਆਪਣੀ ਪਤਨੀ ਦਾ ਇਲਾਜ ਹਸਪੀਟਲ ਦੇ ਵਿੱਚ ਕਰਵਾਉਣਾ ਸ਼ੁਰੂ ਕਰ ਦਿੱਤਾ। 2 ਹਫ਼ਤੇ ਮੇਰੀ ਪਤਨੀ ਨੂੰ ਹਸਪੀਟਲ ਦੇ ਵਿੱਚ ਰੱਖਿਆ ਗਿਆ ਤੇ 2 ਲੱਖ ਰੁਪਇਆ ਖਰਚਾ ਆ ਗਿਆ, ਪਰ ਮੇਰੀ ਪਤਨੀ ਬਿਲਕੁਲ ਠੀਕ ਹੋ ਗਈ ਤੇ ਮੇਰੇ ਕੋਲ 50,000 ਰੁਪਏ ਬਚ ਗਏ। ਮੇਰੇ ਅੰਦਰ ਹੋਰ ਕੁਝ ਨਹੀਂ ਸੀ, ਬਸ ਇੱਕ ਹੀ ਡਰ ਸੀ ਕਿ ਗੁਰਦੁਆਰੇ ਸਾਹਿਬ ਦੇ ਵਿੱਚ ਲੱਗੇ ਹੋਏ ਕੈਮਰੇ ਦੇ ਵਿੱਚ ਮੇਰੀ ਚੋਰੀ ਫੜੀ ਜਾਵੇਗੀ, ਪਿੰਡ ਦੇ ਵਿੱਚ ਪੁਲਿਸ ਮੇਰਾ ਇੰਤਜ਼ਾਰ ਕਰ ਰਹੀ ਹੋਵੇਗੀ। ਸੋ 2 ਹਫ਼ਤਿਆਂ ਬਾਅਦ ਮੈਂ ਪਿੰਡ ਗਿਆ। ਮੇਰੀ ਪਤਨੀ ਬਿਲਕੁਲ ਠੀਕ ਸੀ, ਪਰ ਪਿੰਡ ਦੇ ਵਿੱਚ ਕੋਈ ਵੀ ਗੱਲ ਨਹੀਂ ਹੋਈ, ਕਿਸੇ ਨੇ ਪੈਸੇ ਚੋਰੀ ਕਰਨ ਦੀ ਗੱਲ ਵੀ ਨਹੀਂ ਕੀਤੀ, ਸਭ ਕੁਝ ਨੋਰਮਲ ਹੀ ਚੱਲ ਰਿਹਾ ਸੀ। 10-15 ਦਿਨ ਮੈਂ ਦੇਖਿਆ, ਪਰ ਕੋਈ ਵੀ ਗੱਲ ਨਹੀਂ ਹੋਈ। ਫਿਰ ਮੈਂ 16ਵੇਂ ਦਿਨ ਉਹ ਪੈਸੇ ਜੋ 50,000 ਰੁਪਇਆ ਬਚਿਆ ਹੋਇਆ ਸੀ ਉਹ ਗੁਰਦੁਆਰੇ ਸਾਹਿਬ ਚੜਾਉਣ ਗਿਆ। ਪਰ ਉੱਥੇ ਜਾ ਕੇ ਮੈਨੂੰ ਬੜੀ ਹੈਰਾਨੀ ਹੋਈ। ਜਦੋਂ ਮੈਂ ਉੱਥੇ ਪੈਸੇ ਰੱਖ ਰਿਹਾ ਸੀ ਕਿ ਇੱਕ ਆਵਾਜ਼ ਮੈਨੂੰ ਆਈ ਕਿ ਇਹ ਪੈਸੇ ਤੇਰੇ ਹੀ ਹਨ, ਇਹਨਾਂ ਨੂੰ ਵਾਪਸ ਲੈ ਜਾ ਤੇ ਕਿਸੇ ਕਾਰੋਬਾਰ ਦੇ ਵਿੱਚ ਲਗਾ ਦੇ ਤੇ ਆਪਣੀ ਕਮਾਈ ਦਾ 10ਵਾਂ ਹਿੱਸਾ ਕਿਸੇ ਲੋੜਵੰਦ ਨੂੰ ਦੇ ਦਿਆ ਕਰ ਤੇ ਮੇਰੇ ਪੈਸੇ ਪੂਰੇ ਹੋ ਜਾਣਗੇ। ਉਹ ਆਵਾਜ਼ ਸੁਣ ਕੇ ਮੈਂ ਡਰ ਗਿਆ ਤੇ ਮੈਂ ਵਾਪਿਸ ਘਰ ਆ ਗਿਆ। ਕੁਝ ਦਿਨਾਂ ਬਾਅਦ ਮੈਂ 50,000 ਰੁਪਏ ਦੇ ਨਾਲ ਇੱਕ ਸਬਜ਼ੀ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਕਮਾਈ ਦਾ 10ਵਾਂ ਹਿੱਸਾ ਹੁਕਮ ਦੇ ਅਨੁਸਾਰ ਦਸਵੰਧ ਵਿੱਚ ਦੇਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਮੈਂ ਕੰਮ ਵਧਾ ਲਿਆ ਤੇ ਹੁਣ ਮੇਰਾ ਪਰਿਵਾਰ ਖੁਸ਼ ਹੈ ਤੇ ਮੇਰਾ ਕਾਰੋਬਾਰ ਵੀ ਬਹੁਤ ਜ਼ਿਆਦਾ ਵਧੀਆ ਹੈ। ਸ਼ਾਇਦ ਹੋ ਸਕਦਾ ਹੈ ਉਹ ਆਵਾਜ਼ ਕਿਸੇ ਹੋਰ ਦੀ ਨਹੀਂ, ਮੇਰੇ ਅੰਦਰ ਦੀ ਹੀ ਹੋਵੇ, ਪਰ ਮੈਂ ਉਹ ਗੁਰੂ ਦੀ ਆਵਾਜ਼ ਸਮਝ ਕੇ ਉਹ ਭਾਣਾ ਮੰਨਿਆ। ਬਸ ਮੈਂ ਤੁਹਾਡੇ ਕੋਲੋਂ ਇੱਕ ਹੀ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਉਹ ਪੈਸੇ ਲੈ ਕੇ ਮੈਂ ਠੀਕ ਕੀਤਾ ਜਾਂ ਗਲਤ ਕੀਤਾ? ਉਸ ਨੂੰ ਚੋਰੀ ਕਿਹਾ ਜਾ ਸਕਦਾ ਹੈ ਜਾਂ ਪਰਮਾਤਮਾ ਦੀ ਕਿਰਪਾ ਜਾਂ ਫਿਰ ਮਦਦ? ਮੈਨੂੰ ਇਸ ਗੱਲ ਦਾ ਜਵਾਬ ਦੇ ਕੇ ਮੇਰੇ ਸਿਰ ਦੇ ਉੱਤੇ ਪਿਆ ਹੋਇਆ ਇੱਕ ਬੋਝ ਉਤਾਰ ਦਿਓ।
ਮੈਂ ਤੁਹਾਡਾ ਸਭ ਦਾ ਧੰਨਵਾਦੀ ਹੋਵਾਂਗਾ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।